ਜਦੋਂ ਤੁਹਾਨੂੰ ਲੋਕ ਰੈਕਗਨਾਈਜ਼ ਕਰਨ ਲੱਗੇ ਆ, ਤੁਹਾਨੂੰ ਕਹਿਣ ਲੱਗੇ ਆ ਕਿ ਤੁਸੀਂ ਬਹੁਤ ਵਧੀਆ ਪਰਫਾਰਮ ਕਰਦੇ ਹੋ, ਤੁਹਾਡੀ ਐਕਟਿੰਗ ਵਧੀਆ, ਤਾਂ ਉਹ ਜਿੰਨਾ ਵੀ ਤੁਸੀਂ ਹਾਰਡ ਵਰਕ ਜਾਂ ਬੈਡ ਟਾਈਮਸ ਜਾਂ ਇੱਕ ਸਟਰਗਲ ਟਾਈਮ ਦੇਖਿਆ ਹੁੰਦਾ ਨਾ, ਸਟਰਗਲ ਤਾਂ ਚਲੋ ਹੁਣ ਵੀ ਹੈਗਾ ਹੀ ਹੈ, ਹੌਲੀ ਹੌਲੀ ਵੱਧਦੇ ਜਾਵਾਂਗੇ, ਤੇ ਉਹ ਲੱਗਦਾ ਹੁਣ ਵਰਥ ਇਟ ਹੋ ਰਿਹਾ, ਹੁਣ ਜਿਵੇਂ ਲੱਗਦਾ ਪਰਮਾਤਮਾ ਸੁਣ ਰਿਹਾ, ਹੁਣ ਪਰਮਾਤਮਾ ਕਹਿ ਰਿਹਾ ਕਿ ਨਹੀਂ ਹੁਣ ਤੈਨੂੰ ਦੇਣਾ ਆ। ਸ਼ਵੇਤਾ, ਤੁਹਾਡੀਆਂ ਯਾਦਾਂ ਦੇ ਵਿੱਚ ਉਹ ਚੀਜ਼ਾਂ ਕਿੱਥੇ ਪਈਆਂ ਜਿਨ੍ਹਾਂ ਨੂੰ ਦੇਖ ਕੇ, ਚਾਹੇ ਉਹ ਟੀਵੀ ਤੇ ਹੋਵੇ ਜਾਂ ਸਕੂਲ ਦੇ ਵਿੱਚ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸੋਚਿਆ ਕਿ ਮੈਂ ਇਸ ਦੁਨੀਆ ਦੇ ਨਾਲ ਜੁੜਨਾ ਹੈ, ਮੈਂ ਐਕਟਿੰਗ ਕਰਨੀ ਹੈ? ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੇਰੇ ਘਰ ਦੇ ਬੜੀ ਗਾਲਾਂ ਕੱਢਦੇ ਹੁੰਦੇ ਸੀ ਮੈਨੂੰ, ਇਹ ਸ਼ੀਸ਼ੇ ਮੂਹਰੇ ਹੀ ਖੜੀ ਰਹਿੰਦੀ ਹੈ 24 ਘੰਟੇ, ਤੇ ਮੈਂ ਛੋਟੇ ਹੁੰਦੇ ਹੀ ਪਹਿਲਾਂ ਦਾ ਇੱਕ ਮਿਰਰ ਦੇ ਅੱਗੇ ਐਕਟਿੰਗ ਕਰਨੀ ਹੈ ਨਾ, ਛੋਟੇ ਛੋਟੇ ਆਪਾਂ ਸੀਰੀਅਲਸ ਦੇਖਦੇ ਹੁੰਦੇ ਸੀਗੇ, ਤੇ ਛੋਟੇ ਹੁੰਦੇ ਸਟਰਗਲ ਮਤਲਬ ਇਸ ਚੀਜ਼ ਦੇ ਵਿੱਚ ਮੈਂ ਨਾ ਇੰਟਰਸਟ ਮੈਨੂੰ ਆ ਗਿਆ ਸੀਗਾ, ਫਿਰ ਮੈਂ ਡਾਂਸ ਕਰਨਾ ਸ਼ੀਸ਼ੇ ਮੂਹਰੇ, ਮੰਮਾ ਕਹਿੰਦੇ ਹੁੰਦੇ ਸੀ ਪੜ੍ਹ ਲੈ ਸ਼ੀਸ਼ੇ ਮੂਹਰੇ ਨਹੀਂ ਖੜਨਾ ਹੁਣ। ਤੇ ਬਸ ਉਹ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ, ਫਿਰ ਮੈਂ ਥੀਏਟਰ ਜੁਆਇਨ ਕੀਤਾ, ਫਿਰ ਮੈਂ ਕਿਹਾ ਪ੍ਰੋਪਰਲੀ ਸਿੱਖੋ, ਇਸ ਚੀਜ਼ ਨੂੰ ਸਟੱਡੀ ਕਰੋ, ਪ੍ਰੋਪਰਲੀ ਸਿੱਖੋ, ਫਿਰ ਇਸ ਚੀਜ਼ ਦੇ ਵੱਲ ਆਓ। ਜਤਿੰਦਰ ਮੋਹਰ ਕਿਸ ਤਰ੍ਹਾਂ ਦੇ ਡਾਇਰੈਕਟਰ ਹੈ ਅਕੋਰਡਿੰਗ ਟੂ ਯੂ? ਹੀ ਇਜ਼ ਅ ਵੈਰੀ ਇੰਟੈਲੀਜੈਂਟ ਹਿਊਮਨ ਬੀਇੰਗ, ਵੈਰੀ ਇੰਟੈਲੀਜੈਂਟ। ਉਹ ਜਿੱਦਾਂ ਦੇ ਉਹਨਾਂ ਨੇ ਡਾਇਲੌਗਸ ਲਿਖੇ ਆ, ਜਾਂ ਅਸੀਂ ਵੀ ਦੇਖਦੇ ਆ ਉਹਨਾਂ ਨੂੰ, ਜਿੱਦਾਂ ਉਹ ਸੈੱਟ 'ਤੇ ਵੀ ਸੀਗੇ, ਇੰਨਾ ਹਾਰਡ ਵਰਕ, ਇੱਕ ਛੋਟੀ ਛੋਟੀ ਚੀਜ਼ 'ਤੇ ਕੰਮ ਕਰਨ ਵਾਲੇ ਡਾਇਰੈਕਟਰ ਹੈਗੇ ਨੇ ਉਹ, ਅਤੇ ਬਹੁਤ ਡੀਪ ਸਟੱਡੀ ਕਰਨ ਵਾਲੇ, ਇੰਟੈਲੀਜੈਂਟ, ਮੈਂ ਕਹੂੰਗੀ ਬਹੁਤ ਇੰਟੈਲੀਜੈਂਟ ਪਰਸਨ ਹੈ, ਇੱਕ ਸਿੰਪਲ ਵੇ ਨਾਲ ਕਹੀਏ, ਅਤੇ ਇੱਕ ਜਿਹੜਾ ਇੰਟੈਲੀਜੈਂਟ ਹਿਊਮਨ ਬੀਇੰਗ ਹੁੰਦਾ ਨਾ, ਉਹ ਨੇ। ਕਿਸ ਦੀ ਐਕਟਿੰਗ ਦੇ ਤੁਸੀਂ دیਵਾਨੇ ਹੋ? ਕੋਈ ਫੀਮੇਲ ਐਕਟਰਸ ਜਿਸ ਦੀ ਐਕਟਿੰਗ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਤੇ ਕਮਾਲ ਹੈ? ਮੇਰੀ ਪਰਸਨਲ ਫੇਵਰੇਟ ਜਿਹਨੂੰ ਮੈਂ ਕਹਿੰਦੀ ਹਾਂ, ਹਾਏ ਮੈਂ ਐਡਮਾਇਰ ਕਰਦੀ ਹਾਂ ਕਿ ਯਾਰ ਇਹੋ ਜਿਹਾ, ਮਤਲਬ ਉਹਦੇ ਮੈਂ ਦੇਖਦੀ ਹਾਂ ਕਿ ਉਹ ਕਿੱਦਾਂ ਐਕਸਪ੍ਰੈਸ਼ਨ ਦੇ ਰਹੀ ਆ, ਕਿਸ ਚੀਜ਼ ਦੇ ਵਿੱਚ ਕਿੱਦਾਂ ਰਿਐਕਟ ਕਰ ਰਹੀ ਹੈ, ਉਹ ਹੈਗੀ ਹੈ ਰਾਧਿਕਾ ਆਪਟੇ। ਮੈਨੂੰ ਬਹੁਤ ਜ਼ਿਆਦਾ ਪਰਸਨਲੀ ਪਸੰਦ ਹੈ, ਐਂਡ ਆਈ ਵਿਸ਼ ਕਿ ਮੈਂ ਉਹਨਾਂ ਨਾਲ ਕੰਮ ਵੀ ਕਰਾਂ ਕਦੀ ਲਾਈਫ ਦੇ ਵਿੱਚ, ਅਤੇ ਮੈਨੂੰ ਬਹੁਤ ਪਰਸਨਲੀ ਉਹ ਫੀਮੇਲ ਜਿਹੜੀ ਹੈ ਨਾ, ਬਹੁਤ ਸੋਹਣੀ ਲੱਗਦੀ ਆ, ਅਤੇ ਉਹ ਮਤਲਬ ਜਿੱਦਾਂ ਉਹ ਐਕਟ ਕਰਦੀ ਹੈ, ਅਤੇ ਮੈਂ ਸਿੱਖਦੀ ਹਾਂ ਕਿ ਅੱਛਾ ਉਹ ਇੱਦਾਂ ਦਾ ਰਿਐਕਸ਼ਨ ਦੇ ਰਹੀ ਆ ਚੀਜ਼ ਦੇ ਵਿੱਚ, ਇੱਦਾਂ ਦਾ ਰਿਐਕਸ਼ਨ ਵੀ ਦੇ ਸਕਦੇ ਆ, ਵੇਰੀਏਸ਼ਨਸ ਦੇ ਸਕਦੇ ਆ, ਅਤੇ ਉਹ ਮੈਨੂੰ ਬਹੁਤ ਸੋਹਣੀ ਲੱਗਦੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਸਿਨੇ ਪੰਜਾਬੀ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸ਼ਵੇਤਾ ਸ਼ਰਮਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਲ ਹੀ ਦੇ ਵਿੱਚ ਉਹਨਾਂ ਨੇ ਮੌਡ ਫਿਲਮ ਦੇ ਵਿੱਚ ਬਹੁਤ ਸੋਹਣਾ ਕਿਰਦਾਰ ਨਿਭਾਇਆ ਸੀਗਾ, ਔਰ ਉਹ ਨਵੀਂ ਵੈੱਬ ਸੀਰੀਜ਼ ਲੈ ਕੇ ਆ ਰਹੇ ਨੇ, ਉਸ ਦਾ ਨਾਮ ਹੈ ਫਸਲ। ਫੀਮੇਲ ਓਰੀਐਂਟਡ ਇਹ ਵੈੱਬ ਸੀਰੀਜ਼ ਹੈ, ਔਰ ਜਾਣਦੇ ਹਾਂ ਉਹਨਾਂ ਤੋਂ ਕਿ ਹੁਣ ਉਹ ਕੀ ਸਪੈਸ਼ਲ ਕਰਨ ਵਾਲੇ ਨੇ ਆਪਣੀ ਬਿਹਤਰ ਐਕਟਿੰਗ ਦੇ ਨਾਲ। ਸ਼ਵੇਤਾ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ। ਔਰ ਬਹੁਤ ਬਹੁਤ ਮੁਬਾਰਕਾਂ ਮੌਡ ਲਈ ਸਭ ਤੋਂ ਪਹਿਲੇ। ਥੈਂਕ ਯੂ ਸੋ ਮਚ, ਥੈਂਕ ਯੂ। ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਫਿਲਮ ਨੂੰ, ਐਂਡ ਆਈ ਐਮ ਰੀਲੀ ਹੈਪੀ। ਮੇਰੇ ਕਰੈਕਟਰ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ, ਸੋ ਰੀਲੀ ਵਾਂਟ ਟੂ ਥੈਂਕਸ ਪਤਾ। ਜਦੋਂ ਤੁਸੀਂ ਇੱਕ ਬੈਸਟ ਕਿਰਦਾਰ ਨਿਭਾ ਲੈਂਦੇ ਹੋ ਜਾਂ ਤੁਹਾਡੀ ਐਪਰੀਸੀਏਸ਼ਨ ਹੋਣ ਲੱਗ ਜਾਂਦੀ ਹੈ ਇੰਡਸਟਰੀ ਦੇ ਵਿੱਚ, ਕਿਉਂਕਿ ਤੁਸੀਂ ਐਕਟਰਸ ਬਣਨ ਆਏ ਹੋ ਔਰ ਬਤੌਰ ਐਕਟਰ ਤੁਹਾਨੂੰ ਲੋਕ ਪਸੰਦ ਕਰਨਾ ਸ਼ੁਰੂ ਕਰਦੇ ਆ, ਸੋ ਪਰਸਨਲੀ ਉਹ ਕਿੰਨਾ ਕੁ ਵੱਡਾ ਚੇਂਜ ਲੈ ਕੇ ਆਉਂਦਾ ਹੈ ਇੱਕ ਆਰਟਿਸਟ ਦੀ ਲਾਈਫ 'ਚ? ਵੇਖੋ, ਇੱਕ ਆਰਟਿਸਟ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਉਹਦੇ ਕਲਾ ਨੂੰ ਅਪਰੀਸੀਏਸ਼ਨ ਦਿੱਤੀ ਜਾਵੇ, ਅਤੇ ਉਸ ਤੋਂ ਵੱਧ ਤਾਂ ਕੁਝ ਹੈ ਹੀ ਨਹੀਂ ਆ। ਅਤੇ ਜਦੋਂ ਤੁਹਾਨੂੰ ਲੋਕ ਰੈਕਗਨਾਈਜ਼ ਕਰਨ ਲੱਗੇ ਆ, ਤੁਹਾਨੂੰ ਕਹਿਣ ਲੱਗੇ ਆ ਕਿ ਤੁਸੀਂ ਬਹੁਤ ਵਧੀਆ ਪਰਫਾਰਮ ਕਰਦੇ ਹੋ, ਤੁਹਾਡੀ ਐਕਟਿੰਗ ਵਧੀਆ, ਤਾਂ ਉਹ ਜਿੰਨਾ ਵੀ ਤੁਸੀਂ ਹਾਰਡ ਵਰਕ ਜਾਂ ਬੈਡ ਟਾਈਮਸ ਜਾਂ ਇੱਕ ਸਟਰਗਲ ਟਾਈਮ ਦੇਖਿਆ ਹੁੰਦਾ ਨਾ, ਸਟਰਗਲ ਤਾਂ ਚਲੋ ਹੁਣ ਵੀ ਹੈਗਾ ਹੀ ਹੈ, ਹੌਲੀ ਹੌਲੀ ਵੱਧਦੇ ਜਾਵਾਂਗੇ, ਤੇ ਉਹ ਲੱਗਦਾ ਹੁਣ ਵਰਥ ਇਟ ਹੋ ਰਿਹਾ, ਹੁਣ ਜਿਵੇਂ ਲੱਗਦਾ ਪਰਮਾਤਮਾ ਸੁਣ ਰਿਹਾ, ਹੁਣ ਪਰਮਾਤਮਾ ਕਹਿ ਰਿਹਾ ਕਿ ਨਹੀਂ ਹੁਣ ਤੈਨੂੰ ਦੇਣਾ ਆ। ਹੁਣ ਤੈਨੂੰ ਵਧੀਆ ਇੱਕ ਪ੍ਰੋਜੈਕਟਸ ਦੇਣਾ ਆ, ਜਾਂ ਤੈਨੂੰ ਵਧੀਆ ਕਨਸੈਪਟਸ ਦੇ ਵਿੱਚ ਲੈ ਕੇ ਆਉਣਾ, ਜਿਹੜੀ ਤੂੰ ਸੁਪਨਾ ਦੇਖਿਆ ਆ। ਸੋ ਫਸਲ ਫੀਮੇਲ ਓਰੀਐਂਟਡ ਵੈਬ ਸੀਰੀਜ਼ ਹੈ, ਔਰ ਫੀਮੇਲ ਓਰੀਐਂਟਡ ਵੈਬ ਸੀਰੀਜ਼ ਜਦੋਂ ਬਣਦੀਆਂ ਤਾਂ ਇਟ ਮੀਨਸ ਕਿਸੇ ਫੀਮੇਲ ਦੇ ਕਰੈਕਟਰ 'ਤੇ ਬਹੁਤ ਸਾਰੇ ਸ਼ੇਡਸ ਦਿਖਾਏ ਜਾਣੇ ਚਾਹੀਦੇ ਆ। ਇਹਦੇ ਵਿੱਚ ਹੋਰ ਵੀ ਕਿਰਦਾਰ ਨੇ, ਲੇਕਿਨ ਤੁਹਾਡੇ ਹਿੱਸੇ ਕੀ ਆਇਆ ਇਸ ਵਕਤ? ਮੇਰੇ ਹਿੱਸੇ ਮੈਨੂੰ ਲੱਗਦਾ ਹੈ ਮਾਤਾ ਸੀਤਾ ਦਾ ਰੂਪ ਆਇਆ ਆ। ਜਿਵੇਂ ਤੁਸੀਂ ਕਿਹਾ, ਹਾਂ, ਇੱਕ ਜਿਹੜੀ ਫੀਮੇਲ ਆ ਉਹ ਲਕਸ਼ਮੀ ਵੀ ਆ, ਉਹ ਜਿਵੇਂ ਕਾਲੀ ਵੀ ਆ, ਉਹ ਮਾਤਾ ਸੀਤਾ ਵੀ ਹੈਗੀ ਆ, ਹੈ ਨਾ, ਜਿਵੇਂ ਵੀ ਜਿੱਦਾਂ ਫੀਮੇਲਸ ਸਾਡੇ ਪੀਰੀਓਡਿਕ ਟਾਈਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਹੈ ਨਾ। ਅਤੇ ਮੇਰੇ ਕੋਲ ਇਹੋ ਜਿਹਾ ਕਰੈਕਟਰ ਹੈ ਜੋ ਬਹੁਤ ਪਿਆਰਾ ਆ, ਜਿਹੜਾ ਹਰ ਇੱਕ ਨੂੰ ਜੋੜ ਕੇ ਰੱਖਣਾ ਚਾਹੁੰਦਾ ਆ, ਆਪਣੀ ਜ਼ਮੀਨ ਨੂੰ, ਆਪਣੀ ਫੈਮਿਲੀ ਨੂੰ, ਅਤੇ ਉਹ ਕੀ ਕਰਦੀ ਆ, ਕਿੱਦਾਂ ਹਾਰਡ ਵਰਕ ਦੇਖਦੀ ਆ, ਹਰ ਇੱਕ ਚੀਜ਼ ਦੇ ਵਿੱਚ, ਲੜਾਈਆਂ ਦੇ ਵਿੱਚ ਕਿੱਦਾਂ ਸਾਰਿਆਂ ਨੂੰ ਸਾਂਭਣ ਦੀ ਕੋਸ਼ਿਸ਼ ਕਰਦੀ ਆ, ਅਤੇ ਇਹੋ ਜਿਹਾ ਕਰੈਕਟਰ ਆ ਮੇਰਾ, ਬਹੁਤ ਸਵੀਟ ਜਿਹਾ। ਸ਼ਵੇਤਾ, ਤੁਹਾਡੀਆਂ ਯਾਦਾਂ ਦੇ ਵਿੱਚ ਉਹ ਚੀਜ਼ਾਂ ਕਿੱਥੇ ਪਈਆਂ ਜਿਨ੍ਹਾਂ ਨੂੰ ਦੇਖ ਕੇ, ਚਾਹੇ ਉਹ ਟੀਵੀ ਤੇ ਹੋਵੇ ਜਾਂ ਸਕੂਲ ਦੇ ਵਿੱਚ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸੋਚਿਆ ਕਿ ਮੈਂ ਇਸ ਦੁਨੀਆ ਦੇ ਨਾਲ ਜੁੜਨਾ ਹੈ, ਮੈਂ ਐਕਟਿੰਗ ਕਰਨੀ ਹੈ?
ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੇਰੇ ਘਰ ਦੇ ਬੜੀ ਗਾਲਾਂ ਕੱਢਦੇ ਹੁੰਦੇ ਸੀ ਮੈਨੂੰ, ਇਹ ਸ਼ੀਸ਼ੇ ਮੂਹਰੇ ਹੀ ਖੜੀ ਰਹਿੰਦੀ ਹੈ 24 ਘੰਟੇ। ਤੇ ਮੈਂ ਛੋਟੇ ਹੁੰਦੇ ਹੀ ਪਹਿਲਾਂ ਤਾਂ ਇੱਕ ਮਿਰਰ ਦੇ ਅੱਗੇ ਐਕਟਿੰਗ ਕਰਨੀ ਹੈ ਨਾ। ਛੋਟੇ ਛੋਟੇ ਆਪਾਂ ਸੀਰੀਅਲਸ ਦੇਖਦੇ ਹੁੰਦੇ ਸੀਗੇ, ਸੋਨਪਰੀ, ਹੋਰ ਛੋਟੇ ਛੋਟੇ ਹੈ ਨਾ, ਵਿਕਰਮ ਵੇਤਾਲ, ਮਹਾਭਾਰਤ, ਇਹ ਜੋ ਪਹਿਲਾਂ ਦੀਆਂ ਚੀਜ਼ਾਂ ਆਉਂਦੀਆਂ ਹੁੰਦੀਆਂ ਸੀਗੇ, ਕਸੌਟੀ ਜ਼ਿੰਦਗੀ ਦੀ ਬਹੁਤ ਸਾਰੇ ਪਿਆਰੇ ਸੀਰੀਅਲ। ਤੇ ਮੈਨੂੰ ਲੱਗਦਾ ਸੀ ਉਹ ਯਾਰ ਆਹ ਤਾਂ ਮੈਨੂੰ ਵੀ ਕਰਨਾ ਆ, ਆਹ ਚੀਜ਼ ਤਾਂ ਬੜੀ ਇੰਟਰਸਟਿੰਗ ਆ, ਹੈ ਨਾ। ਤੇ ਸ਼ੁਰੂ ਤੋਂ ਹੀ ਫਿਰ ਮੈਂ ਪੇਰੈਂਟਸ ਨੂੰ ਕਿਹਾ ਕਿ ਮੈਨੂੰ ਥੋੜ੍ਹਾ ਥੋੜ੍ਹਾ ਕਰਕੇ ਪਾਓ, ਤੇ ਉਹ ਕਹਿੰਦੇ ਪੜ੍ਹਾਈ ਵੀ ਜ਼ਰੂਰੀ ਹੈ, ਤੁਸੀਂ ਪੜ੍ਹਾਈ ਵੀ ਕਰੋ ਤੇ ਆਪਣੇ ਇੱਕ ਪੈਸ਼ਨ ਨੂੰ ਵੀ ਫੋਲੋ ਕਰੇ। ਤੇ ਉਹਨਾਂ ਨੇ ਕਿਹਾ ਦੋਵੇਂ ਚੀਜ਼ਾਂ ਕਰੋ, ਜਿਹੜੇ ਪਾਸੇ ਤੁਸੀਂ ਜਾਣਾ ਚਾਹੁੰਦੇ ਹੋ ਫਿਰ ਅੱਗੇ ਜਾ ਕੇ ਡਿਸਾਈਡ ਕਰ ਲਓ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਤੇ ਛੋਟੇ ਹੁੰਦੇ ਸਟਰਗਲ, ਮਤਲਬ ਇਸ ਚੀਜ਼ ਦੇ ਵਿੱਚ ਮੈਂ ਨਾ ਇੰਟਰਸਟ ਮੈਨੂੰ ਆ ਗਿਆ ਸੀਗਾ। ਫਿਰ ਮੈਂ ਡਾਂਸ ਕਰਨਾ, ਸ਼ੀਸ਼ੇ, ਮੇਰੀ ਮੰਮਾ ਕਹਿੰਦੇ ਹੁੰਦੇ ਸੀ ਪੜ੍ਹ ਲੈ ਸ਼ੀਸ਼ੇ ਮੂਹਰੇ ਨਹੀਂ ਖੜਨਾ ਹੁਣ ਤੇ ਬਸ ਉਹ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ। ਫਿਰ ਮੈਂ ਥੀਏਟਰ ਜੁਆਇਨ ਕੀਤਾ। ਫਿਰ ਮੈਂ ਕਿਹਾ ਪ੍ਰੋਪਰਲੀ ਸਿੱਖੋ, ਇਸ ਚੀਜ਼ ਨੂੰ ਸਟੱਡੀ ਕਰੋ, ਪ੍ਰੋਪਰਲੀ ਸਿੱਖੋ, ਫਿਰ ਇਸ ਚੀਜ਼ ਦੇ ਵੱਲ ਆਓ। ਤੇ ਸਕੂਲ ਤੋਂ ਮੈਂ ਥੀਏਟਰ ਕਰਦੀ ਸੀ, ਫਿਰ ਮੈਂ ਇੱਧਰ ਵੀ ਆ ਕੇ ਕੀਤਾ, ਫਿਰ ਮੈਂ ਆਪਣੀ ਪੜ੍ਹਾਈ ਵੀ ਕੰਪਲੀਟ ਕੀਤੀ, ਫਿਰ ਮੈਂ ਹੁਣ ਮੂਵੀਜ਼ ਦੇ ਵਿੱਚ ਵੀ ਆ ਰਹੀ ਹਾਂ ਔਰ ਸਾਰਾ ਕੁਝ ਪ੍ਰੋਪਰਲੀ ਹੋ ਰਿਹਾ ਆ। ਤੇ ਸਬਰ ਰੱਖੋ, ਸਭ ਕੁਝ ਹੋ ਜਾਂਦਾ ਆ। ਮੋਡ ਲਈ ਤੁਸੀਂ ਕਿਵੇਂ ਚੂਜ਼ ਕੀਤੇ ਗਏ, ਕਿਉਂਕਿ ਉਸ ਦੇ ਵਿੱਚ ਅਸੀਂ ਥੀਏਟਰ ਆਰਟਿਸਟਾਂ ਨੂੰ ਬਹੁਤ ਜ਼ਿਆਦਾ ਦੇਖਿਆ ਜਿਨ੍ਹਾਂ ਨੂੰ ਵਾਕਿਆ ਹੀ ਐਕਟਿੰਗ ਦੀ ਸਮਝ ਹੈ। ਤੁਹਾਡੀ ਚੋਇਸ ਕਿਸ ਤਰ੍ਹਾਂ ਹੋਈ ਸੀ ਉਸ ਫਿਲਮ ਲਈ? ਸੇਮ ਆਡੀਸ਼ਨਸ, ਅਸੀਂ ਆਡੀਸ਼ਨ ਦੇਣ ਗਏ ਸੀਗੇ ਤੇ ਉਧਰ ਫਿਰ ਸਾਡਾ ਆਡੀਸ਼ਨ ਹੋਇਆ, ਫਿਰ ਲੁੱਕ ਟੈਸਟ ਹੋਇਆ, ਫਿਰ ਉਹਨਾਂ ਨੇ ਬਹੁਤ ਟਾਈਮ ਬਾਅਦ ਦੱਸਿਆ ਕਿ ਹਾਂਜੀ ਆਹ ਕਰੈਕਟਰ ਆ, ਤੁਸੀਂ ਇਸ ਚੀਜ਼ ਲਈ ਸਿਲੈਕਟ ਹੋ ਗਏ ਹੋ। ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਉੱਥੇ ਵੀ ਬਹੁਤ ਪਿਆਰ ਦਿੱਤਾ ਸਾਰਿਆਂ ਨੇ, ਬਹੁਤ ਕਿਹਾ ਕਿ ਐਕਟਿੰਗ ਬਹੁਤ ਵਧੀਆ ਆ, ਤੁਹਾਨੂੰ ਬਹੁਤ ਵਧੀਆ ਕੰਮ ਮਿਲੇਗਾ ਅੱਗੇ। ਤੇ ਉਹ ਵੀ ਮਤਲਬ ਇੰਨੇ ਵੱਡੇ ਵੱਡੇ ਲੋਕਾਂ ਤੋਂ, ਐਮੀ ਸਰ ਤੋਂ, ਵਿਕਰਮ ਸਰ ਤੋਂ ਸੁਣਨਾ, ਦੇਵ ਕਰੋੜ ਸਰ ਤੋਂ ਸੁਣਨਾ, ਮਤਲਬ ਉਹ ਕਿਸੇ ਐਕਸਪੀਰੀਅੰਸ ਨਾਲ ਹੀ ਕਹਿ ਰਹੇ ਆ, ਜੇ ਕੋਈ ਗੱਲ ਕਹਿ ਰਹੇ ਆ ਤੇ ਉਹਨਾਂ ਤੋਂ ਸੁਣਨਾ ਵਾਜ਼ ਅ ਵੈਰੀ ਬਿਗ ਥਿੰਗ ਕਿ ਹਾਂ ਚਲੋ ਮਤਲਬ ਕੁਝ ਤਾਂ ਹੈਗਾ, ਜਿਹੜੀ ਸਾਰੀ ਚੀਜ਼ ਦੇਖ ਰਹੇ ਆ ਲੋਕੀ ਤੇ ਅਪਰੀਸ਼ੀਏਟ ਕਰ ਰਹੇ ਆ। ਜਤਿੰਦਰ ਮੋਹਰ ਕਿਸ ਤਰ੍ਹਾਂ ਦੇ ਡਾਇਰੈਕਟਰ ਹੈ ਅਕੋਰਡਿੰਗ ਟੂ ਯੂ? ਹੀ ਇਜ਼ ਅ ਵੈਰੀ ਇੰਟੈਲੀਜੈਂਟ ਹਿਊਮਨ ਬੀਇੰਗ, ਵੈਰੀ ਇੰਟੈਲੀਜੈਂਟ। ਉਹ ਜਿੱਦਾਂ ਦੇ ਉਹਨਾਂ ਨੇ ਡਾਇਲੌਗਸ ਲਿਖੇ ਆ, ਜਾਂ ਅਸੀਂ ਵੀ ਦੇਖਦੇ ਆ ਉਹਨਾਂ ਨੂੰ ਜਿੱਦਾਂ ਉਹ ਸੈੱਟ 'ਤੇ ਵੀ ਸੀਗੇ, ਇੰਨਾ ਹਾਰਡ ਵਰਕ, ਇੱਕ ਇੱਕ ਛੋਟੀ ਛੋਟੀ ਚੀਜ਼ 'ਤੇ ਕੰਮ ਕਰਨ ਵਾਲੇ ਡਾਇਰੈਕਟਰ ਹੈਗੇ ਨੇ ਉਹ। ਤੇ ਬਹੁਤ ਡੀਪ ਸਟੱਡੀ ਕਰਨ ਵਾਲੇ, ਇੰਟੈਲੀਜੈਂਟ, ਮੈਂ ਕਹੂੰਗੀ ਬਹੁਤ ਇੰਟੈਲੀਜੈਂਟ ਪਰਸਨ ਹੈ। ਇੱਕ ਸਿੰਪਲ ਵੇ ਨਾਲ ਕਹੀਏ ਤੇ ਇੱਕ ਜਿਹੜਾ ਇੰਟੈਲੀਜੈਂਟ ਹਿਊਮਨ ਬੀਇੰਗ ਹੁੰਦਾ ਨਾ, ਉਹ ਨੇ। ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਏ ਆ, ਤੁਸੀਂ ਸੋਚਿਆ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਪਤਾ ਹੁੰਦੀਆਂ, ਸੋ ਨੈਗੇਟਿਵਿਟੀ ਪੋਜ਼ਿਟਿਵਿਟੀ ਨਾਲ ਨਾਲ ਚੱਲਦੀ ਰਹਿੰਦੀ, ਉਹ ਹਮੇਸ਼ਾ ਚੱਲਦੇ ਰਹਿਣਾ। ਕਿਸੇ ਨੇ ਕਦੀ ਸ਼ੁਰੂਆਤ ਦੇ ਵਿੱਚ ਅਜਿਹਾ ਕਿਸੇ ਵੀ ਚੀਜ਼ ਨੂੰ ਲੈ ਕੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਹ ਨਹੀਂ ਕਰ ਸਕਦੇ, ਔਰ ਅੱਜ ਤੁਸੀਂ ਉਹਨਾਂ ਨੂੰ ਸਾਬਿਤ ਕਰਤਾ ਕਿ ਐਦਾਂ ਨਹੀਂ ਹੋ ਸਕਦਾ? ਮੈਨੂੰ ਲੱਗਦਾ 100 ਤੋਂ ਜਿਹੜੇ 50 ਤੋਂ 60% ਲੋਕ ਆ ਉਹ ਤੁਹਾਨੂੰ ਨਹੀਂ ਦੇਖਣਾ ਚਾਹੁੰਦੇ ਆ ਉੱਥੇ। ਉਹ ਇਹ ਕਹਿਣਗੇ ਛੱਡ ਪਰਾਂ, ਜੌਬ ਕਰ ਲੈ, ਤੇਰਾ ਤਾਂ ਵਧੀਆ, ਤੂੰ ਕੈਨੇਡਾ ਚੱਲ ਜਾ, ਤੂੰ ਇਹ ਕਰ ਲੈ, ਤੂੰ ਕੱਕਾ ਤੋਂ ਲੱਗੀ ਹੋਈ ਹੈ ਇਸ ਚੀਜ਼ ਦੇ ਪਿੱਛੇ, ਬੜਾ ਸਟਰਗਲ ਆ, ਇਹ ਤਾਂ ਬਣਨਾ ਹੀ ਨਹੀਂ। ਬਟ ਜੇ ਤੁਸੀਂ ਠਾਣ ਲਿਆ, ਜੇ ਤੁਹਾਡਾ ਮਾਈਂਡ ਸਟਰੋਂਗ ਆ, ਤੁਹਾਡਾ ਦਿਲ ਜਿਗਰਾ ਸਟਰੋਂਗ ਆ ਅੱਗੇ ਵਧਣ ਲਈ, ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਉਸ ਚੀਜ਼ ਨੂੰ। ਜਿਹੜੇ ਤਾਂ ਹੀ ਕਹਿੰਦੇ ਤੁਹਾਡੀ ਸਰਾਊਂਡਿੰਗਸ ਜਿਹੜੀ ਹੁੰਦੀ ਆ ਨਾ, ਉਹਨਾਂ ਨੂੰ ਹਮੇਸ਼ਾ ਵਧੀਆ ਰੱਖੋ। ਵਧੀਆ ਸਰਾਊਂਡਿੰਗ ਜਿਹੜੀ ਹੁੰਦੀ ਆ ਉਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਆ। ਤੇ ਮੇਰੀ ਸਰਾਊਂਡਿੰਗ ਟੱਚਵੁੱਡ ਬਹੁਤ ਵਧੀਆ ਸੀ ਕਿ ਮੇਰਾ ਫਰੈਂਡ ਸਰਕਲ, ਮੇਰੇ ਫੈਮਿਲੀ ਬਹੁਤ ਸਪੋਰਟਿਵ ਸੀਗੇ ਇਸ ਚੀਜ਼ ਨੂੰ ਲੈ ਕੇ, ਤੇ ਉਹ ਚੀਜ਼ ਮੈਂ ਹੁਣ ਕਰ ਰਹੀ ਹਾਂ। ਤੇ ਮਾਈਂਡ ਸੈੱਟ ਤਾਂ ਹੀ ਬਦਲਦਾ ਹੈ ਜਦੋਂ ਤੁਹਾਡੀ ਸਰਾਊਂਡਿੰਗ ਵਧੀਆ ਹੋਵੇ। ਤੇ ਇਸ ਗੱਲ ਦਾ ਹਮੇਸ਼ਾ ਲਾਈਫ ਦੇ ਵਿੱਚ ਧਿਆਨ ਰੱਖੋ ਕਿ ਆਪਣੀ ਸਰਾਊਂਡਿੰਗ ਵਧੀਆ ਰੱਖੋ। ਸਟਰਗਲ ਨੂੰ ਇੱਕ ਵਰਡਸ ਜਾਂ ਇੱਕ ਕੁਐਸਚਨ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੁੰਦਾ, ਉਹਨੂੰ ਤੁਸੀਂ ਸਮਝਦੇ ਹੋ ਕਿ ਹਾਂ ਮੇਰੇ ਲਈ ਕਿਹੜੀਆਂ ਚੀਜ਼ਾਂ ਸਟਰਗਲ ਸੀਗੀਆਂ, ਲੇਕਿਨ ਕੁਛ ਅਜਿਹਾ ਜੋ ਯਾਦ ਹੋਵੇ ਔਰ ਤੁਹਾਨੂੰ ਲੱਗਦਾ ਹੈ ਕਿ ਮੈਂ ਉਸ 'ਚੋਂ ਨਿਕਲ ਕੇ ਅੱਜ ਇੱਥੇ ਪਹੁੰਚ ਗਈ, ਮੈਂ ਇੱਥੇ ਬੈਠਣ ਬਾਰੇ ਵੀ ਸੋਚਿਆ ਸੀ ਔਰ ਮੈਂ ਉੱਥੇ ਵੀ ਜਾਊਂਗੀ ਜਿੱਥੇ ਮੈਂ ਬੈਠਣ ਬਾਰੇ ਹਲੇ ਸੋਚਦੀ ਹਾਂ? ਜੀ ਬਿਲਕੁਲ, ਮੈਨੂੰ ਲੱਗਦਾ ਕਿ ਜੇ ਤੁਸੀਂ, ਮੈਂ ਤਾਂ ਅੱਖਾਂ ਖੋਲ੍ਹ ਕੇ ਵੀ ਆਹੀ ਸੁਪਨਾ ਦੇਖਦੀ ਹਾਂ ਕਿ ਮੈਂ ਇਹੋ ਜਿਹੇ ਇੰਟਰਵਿਊਜ਼ ਦੇਵਾਂ, ਹੈ ਨਾ, ਜਾਂ ਇਹੋ ਜਿਹੀ ਵੈਬ ਸੀਰੀਜ਼ ਕਰਾਂ। ਅਤੇ ਮੈਂ ਬਸ ਡਰੀਮ ਆ। ਮੈਂ ਬਹੁਤ ਜ਼ਿਆਦਾ ਮੈਨੀਫੈਸਟ ਕਰਦੀ ਹਾਂ ਅਤੇ ਉਹਦੇ 'ਤੇ ਯਕੀਨ ਰੱਖਦੀ ਹਾਂ ਕਿ ਰੱਬ ਨੇ ਦੇਣਾ ਹੀ ਦੇਣਾ ਆ। ਤੁਸੀਂ ਠਾਣ ਲਿਆ ਹੈ ਅਤੇ ਬਸ ਆਪਣੇ ਸਕਿੱਲ 'ਤੇ ਕੰਮ ਕਰੀ ਚਲੋ। ਨੈਗੇਟਿਵਿਟੀ ਨੂੰ ਆਪਣੇ ਦਿਮਾਗ 'ਚੋਂ ਕੱਢ ਲਓ, ਕੌਣ ਕੀ ਕਹਿੰਦਾ ਕੀ ਨਹੀਂ ਕਹਿੰਦਾ, ਉਹਦੇ ਵਿੱਚ ਕੁਛ ਨਹੀਂ ਰੱਖਿਆ ਆ, ਹੈ ਨਾ। ਆਪਣੇ ਕੰਮ 'ਤੇ ਧਿਆਨ ਦਿਓ, ਆਪਣੇ ਸਕਿੱਲ ਨੂੰ ਇੰਪਰੂਵ ਕਰੋਗੇ ਅਤੇ ਲੋਕ ਆਪਣੇ ਆਪ ਤੁਹਾਡੇ ਕੋਲ ਆਉਣਗੇ ਕਿ ਹਾਂਜੀ ਤੁਸੀਂ ਕੰਮ ਕਰੋ ਸਾਡੇ ਨਾਲ। ਬਤੌਰ ਐਕਟਰੈਸ ਕਿਸ ਦੀ ਐਕਟਿੰਗ ਦੇ ਤੁਸੀਂ ਦੀਵਾਨੇ ਹੋ? ਕੋਈ ਫੀਮੇਲ ਐਕਟਰੈਸ ਜਿਸ ਦੀ ਐਕਟਿੰਗ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਤੇ ਕਮਾਲ ਹੈ? ਮੇਰੀ ਪਰਸਨਲ ਫੇਵਰੇਟ ਜਿਹਨੂੰ ਮੈਂ ਕਹਿੰਦੀ ਹਾਂ, ਹਾਏ ਮੈਂ ਐਡਮਾਇਰ ਕਰਦੀ ਹਾਂ ਕਿ ਯਾਰ ਇਹੋ ਜਿਹਾ, ਮਤਲਬ ਉਹਦੇ ਮੈਂ ਦੇਖਦੀ ਹਾਂ ਕਿ ਉਹ ਕਿੱਦਾਂ ਐਕਸਪ੍ਰੈਸ਼ਨ ਦੇ ਰਹੀ ਹੈ, ਕਿਸ ਚੀਜ਼ ਦੇ ਵਿੱਚ ਕਿੱਦਾਂ ਰਿਐਕਟ ਕਰ ਰਹੀ ਹੈ। ਉਹ ਹੈਗੀ ਹੈ ਰਾਧਿਕਾ ਆਪਟੇ। ਮੈਨੂੰ ਬਹੁਤ ਜ਼ਿਆਦਾ ਪਰਸਨਲੀ ਪਸੰਦ ਹੈ ਐਂਡ ਆਈ ਵਿਸ਼ ਕਿ ਮੈਂ ਉਹਨਾਂ ਨਾਲ ਕੰਮ ਵੀ ਕਰਾਂ ਕਦੀ ਲਾਈਫ ਦੇ ਵਿੱਚ। ਅਤੇ ਮੈਨੂੰ ਬਹੁਤ ਪਰਸਨਲੀ ਉਹ
ਫੀਮੇਲ ਜਿਹੜੀ ਆ ਨਾ ਉਹ ਬਹੁਤ ਸੋਹਣੀ ਲੱਗਦੀ ਆ ਤੇ ਉਹ ਮਤਲਬ ਜਿੱਦਾਂ ਉਹ ਐਕਟ ਕਰਦੀ ਹੈ ਤੇ ਮੈਨੂੰ ਮੈਂ ਸਿੱਖਦੀ ਆ ਕਿ ਅੱਛਾ ਉਹ ਇਦਾਂ ਦਾ ਰਿਐਕਸ਼ਨ ਦੇ ਰਹੀ ਆ ਚੀਜ਼ ਦੇ ਵਿੱਚ ਇਦਾਂ ਦਾ ਰਿਐਕਸ਼ਨ ਵੀ ਦੇ ਸਕਦੇ ਆ, ਵੇਰੀਏਸ਼ਨਸ ਦੇ ਸਕਦੇ ਆ ਤੇ ਉਹ ਮੈਨੂੰ ਬਹੁਤ ਸੋਹਣੇ ਲੱਗਦੇ ਨੇ। ਉਮੀਦ ਹੈ ਸ਼ਵੇਤਾ ਕਿ ਤੁਸੀਂ ਉਹਨਾਂ ਨਾਲ ਜ਼ਰੂਰ ਕੰਮ ਕਰੋਗੇ। ਲੇਕਿਨ ਰਾਧਿਕਾ ਆਪਟੇ ਇੱਕ ਉਹ ਨਾਮ ਹੈ ਜਿਨ੍ਹਾਂ ਨੇ ਅਜਿਹੇ ਕਿਰਦਾਰ ਨਿਭਾਏ ਆ ਜਿਹੜੇ ਸੁਸਾਇਟੀ ਦੇ ਵਿੱਚ ਪਏ ਨੇ ਔਰ ਆਪਣੇ ਆਪ ਦੇ ਵਿੱਚ ਬਹੁਤ ਕੌਨਫੀਡੈਂਸ ਚਾਹੀਦਾ ਉਹਨਾਂ ਨੂੰ। ਸੋ ਤੁਹਾਡੇ ਮਾਈਂਡ 'ਚ ਵੀ ਇਹੋ ਜਿਹੇ ਕਰੈਕਟਰਸ ਹੈਗੇ ਆ, ਕੋਈ ਮੇਰੇ ਤੋਂ ਕਰਾਵੇ ਔਰ ਮੈਂ ਕਰ ਸਕਦੀ ਹਾਂ? ਮੈਨੂੰ ਥੋੜਾ ਜਿਹਾ ਹੈਗਾ, ਮਤਲਬ ਰਾਧਿਕਾ ਆਪਟੇ ਤੋਂ ਦੇਖੋ ਬਹੁਤ ਜ਼ਿਆਦਾ ਓਰੀਐਂਟਡ ਫਿਲਮਸ ਕਰਦੇ ਨੇ, ਫੀਮੇਲ ਓਰੀਐਂਟਡ ਜਾਂ ਉੱਦਾਂ ਦੇ ਰੀਅਲ ਲਾਈਫ ਤੋਂ ਲੈ ਕੇ, ਉਹ ਤਾਂ ਡੈਫੀਨੇਟਲੀ ਹੈਗੇ। ਮੇਰਾ ਇੱਕ ਛੋਟਾ ਜਿਹਾ ਸੁਪਨਾ ਆ, ਮੈਂ ਸੰਜੇ ਲੀਲਾ ਬੰਸਾਲੀ ਦੀ ਫਿਲਮ ਕਰਨਾ ਚਾਹੁੰਦੀ ਹਾਂ, ਲਾਈਫ ਦਾ ਇੱਕ ਸੁਪਨਾ ਹੈਗਾ ਆ। ਤੇ ਉਹ ਜਿਹੇ ਕਰੈਕਟਰਸ, ਇੱਕ ਜਿਵੇਂ ਕੁਈਨਸ ਦੇ ਕਰੈਕਟਰਸ ਹੁੰਦੇ ਆ, ਇੱਕ ਸੀਰੀਅਸ ਕਰੈਕਟਰਸ ਹੁੰਦੇ ਆ, ਜਿਵੇਂ ਰਾਧਿਕਾ ਆਪਟੇ ਵੀ ਕਰਦੀ ਆ ਉੱਦਾਂ ਦੇ, ਮਤਲਬ ਉਹ ਸਿਮਿਲਰ ਕਰੈਕਟਰਸ। ਔਰ ਇੱਕ ਜੇ ਕਮਰਸ਼ੀਅਲ ਸਾਈਡ ਤੇ ਦੇਖਿਆ ਜਾਵੇ ਤੇ ਸੰਜੇ ਲੀਲਾ ਬੰਸਾਲੀ ਜੀ ਜਿੱਦਾਂ ਦੇ ਕਰੈਕਟਰਸ ਕਰਵਾਉਂਦੇ ਆ ਉੱਦਾਂ ਦਾ। ਸ਼ਵੇਤਾ ਇਹ ਬਹੁਤ ਵੱਡਾ ਡ੍ਰੀਮ ਹੈ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਨਾਲ ਕੰਮ ਕਰਨਾ ਚਾਹੁੰਦੇ ਨੇ। ਉਮੀਦ ਹੈ ਇਹ ਜ਼ਰੂਰ ਪੂਰਾ ਹੋਵੇ ਔਰ ਨਵੀਂ ਵੈਬ ਸੀਰੀਜ਼ ਲਈ ਬਹੁਤ ਬਹੁਤ ਮੁਬਾਰਕਾਂ। ਉਮੀਦ ਹੈ ਕਿ ਇਸ ਦਾ ਕੰਮ ਵੀ ਅਪਰੀਸ਼ੀਏਟ ਹੋਏਗਾ। ਡੈਫੀਨਿਟ, ਤੁਹਾਨੂੰ ਨਹੀਂ ਪਤਾ ਕਿਹੜੀ ਚੀਜ਼ ਤੁਹਾਨੂੰ ਕਿੱਥੇ ਲੈ ਜਾਵੇ ਤੇ ਯੂ ਨੈਵਰ ਨੋ, ਇਹਦੇ ਨਾਲ ਹੀ ਕੁਝ ਬਹੁਤ ਵੱਡਾ ਮਿਲ ਜਾਵੇ, ਹੈ ਨਾ। ਜਾਂ ਉਹ ਚੀਜ਼ ਨੂੰ ਰੱਬ ਨੂੰ ਸ਼ੁਕਰ ਅਦਾ ਕਰੋ, ਜੋ ਦੇ ਰਿਹਾ ਉਹਨੂੰ ਲਓ ਤੇ ਉਹਨੂੰ ਉਹਦੇ ਤੇ ਹਾਰਡ ਵਰਕ ਕਰਕੇ ਉਹਦੇ ਤੇ ਕੰਮ ਕਰੋ। ਦੈਟਸ ਇਟ। ਥੈਂਕ ਯੂ ਸੋ ਮਚ ਐਂਡ ਬੈਸਟ ਵਿਸ਼। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਪਲੀਜ਼ ਬਸ ਸਾਨੂੰ ਬਹੁਤ ਜ਼ਿਆਦਾ ਪਿਆਰ ਦਿਓ, ਸਾਡੇ ਸਾਰਿਆਂ ਦੇ ਕਰੈਕਟਰਸ ਨੂੰ ਬਹੁਤ ਜ਼ਿਆਦਾ ਪਿਆਰ ਦਿਓ। ਅਸੀਂ ਬਹੁਤ ਮਿਹਨਤ ਕਰਨ ਵਾਲੇ ਆ ਐਂਡ ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਸ਼ਵੇਤਾ ਸ਼ਰਮਾ। ਮੌਡ ਫਿਲਮ ਵਿੱਚ ਉਹਨਾਂ ਨੇ ਜੋ ਕਿਰਦਾਰ ਨਿਭਾਇਆ ਉਹਦੀ ਸਰਾਹਨਾ ਹੋਈ। ਉਸ ਫਿਲਮ ਦੇ ਵਿੱਚ ਕੁਝ ਅਜਿਹਾ ਸੀ ਕਿ ਹਰ ਕਰੈਕਟਰ ਨੇ ਆਪਣੀ ਛਾਪ ਛੱਡੀ ਹੈ। ਸੋ ਫਸਲ ਦੇ ਵਿੱਚ ਫੀਮੇਲ ਓਰੀਐਂਟਡ ਵੈਬ ਸੀਰੀਜ਼ ਦੇ ਵਿੱਚ ਵੀ ਉਹ ਕੁਝ ਸਪੈਸ਼ਲੀ ਨਿਭਾਉਣ ਵਾਲੇ ਹੋਣਗੇ। ਉਮੀਦ ਹੈ ਕਿ ਤੁਸੀਂ ਉਹਨਾਂ ਦੇ ਇਸ ਵੈਬ ਸੀਰੀਜ਼ ਵਾਲੇ ਕਿਰਦਾਰ ਨੂੰ ਵੀ ਪਿਆਰ ਦਿਓਗੇ।